दोहरा तिस मानवंतर के बिखै कथा पाई जिस पाए। ਜਿਹੜਾ ਮਨੂ ਅੰਤਰ ਦਾ ਸਮਾਂ, ਮਨੂ ਅੰਤਰ ਦੇ ਸਮੇਂ ਦੀ ਖਾਲਸਾ ਜੀ ਕੁੱਲ ਗਿਣਤੀ ਹੁੰਦੀ ਹੈ 31 ਕਰੋੜ 14 ਲੱਖ 48 ਹਜ਼ਾਰ ਸਾਲ ਦਾ ਇੱਕ ਮਨੂ ਬਣਦਾ ਹੈ। ਤੋ ਕਹਿੰਦੇ ਉਹ ਜਿਹੜਾ ਇੱਕ ਮਨੂ ਅੰਤਰ ਦਾ ਸਮਾਂ ਸੀ, ਉਸ ਵੇਲੇ ਦੀ ਇਹ ਵਾਰਤਾ ਹੈ, ਤੁਹਾਨੂੰ ਸੁਣਾਉਂਦੇ ਹਾਂ। ਸੁਨੋ ਪ੍ਰੀਤ ਕਰ ਉਮਾ ਤਬ ਗਈ ਤਪਨ ਤਿਸ ਥਾਏ। ਉੱਥੇ ਹੀ ਹੇਮਕੁੰਡ ਸਾਹਿਬ ਵਾਲੇ ਪਰਬਤ ਦੇ ਨੇੜੇ ਵਿੰਧਿਆਚਲ ਦੇ ਹਿਮਾਲਿਆ ਦੇ ਪਰਬਤਾਂ ਵਿੱਚ ਦੇਵੀ ਜਿਹੜੀ ਸੀ ਉਹ ਤਪ ਕਰਨ ਵਾਸਤੇ ਗਈ। ਕਿਉਂ ਗਈ, ਕਿਵੇਂ ਗਈ, ਉਹ ਵੀ ਦੱਸਦੇ ਹਾਂ। ਨਿਸ਼ਾਨੀ ਚੰਦ ਦਾਨਵ ਦੈਤਨ ਪਾਏ ਬਲ ਸੁਰ ਕਰੇ ਪਰਾਜੈ। ਦਾਨਵ ਬੜੇ ਬਲੀ ਹੋ ਗਏ ਤੇ ਦਾਨਵਾਂ ਨੇ ਬਲੀ ਹੋ ਕੇ ਦੇਵਤਿਆਂ ਨੂੰ ਹਰਾ ਦਿੱਤਾ ਤੇ ਇੰਦਰ ਕੋਲੋਂ ਰਾਜ ਖੋਹ ਲਿਆ। ਚੰਡੀ ਦੀ ਵਾਰ ਵਿੱਚ ਕਲਗੀਧਰ ਜੀ ਨੇ ਉਹਦਾ ਜ਼ਿਕਰ ਕੀਤਾ। ਜਿਹੜੇ ਗੁਰਸਿੱਖ ਚੰਡੀ ਦੀ ਵਾਰ ਦਾ ਨਿਤਨੇਮ ਕਰਦੇ ਐ ਉਹਨਾਂ ਨੂੰ ਪਤਾ ਹੋਣਾ ਕਿ ਦਿੱਤਾ ਇੰਦਰ ਨਿਕਾਲ ਕੈ। ਇੰਦਰ ਨੂੰ ਵੀ ਉਹਦੇ ਆਸਣ ਤੋਂ ਸਵਰਗਪੁਰੀ ਚੋਂ ਦਾਨਵਾਂ ਨੇ ਕੱਢ ਦਿੱਤਾ। ਚੀਨ ਲੋਕ ਸੁਰ ਲੋਕ ਕੋ ਕਰ ਗਰਭ ਮਹਾਜੈ। ਔਰ ਸਾਰੇ ਲੋਕ ਦੇਵਤਿਆਂ ਦੇ ਦਾਨਵਾਂ ਨੇ ਖੋਹ ਲਏ, ਦੇਵਤਿਆਂ ਨੂੰ ਭਜਾ ਦਿੱਤਾ। ਬ੍ਰਹਮਾ ਟਿਗ ਸੋ ਦੀਨ ਹੋਏ ਸਭ ਜਾਏ ਪੁਕਾਰੇ। ਇਹ ਜਿੰਨੇ ਦੇਵਤੇ ਸਨ ਇਹ ਬ੍ਰਹਮਾ ਦੇ ਕੋਲ ਜਾ ਕੇ ਰੋਏ ਤੇ ਘਿਆ ਕੇ ਬੇਨਤੀ ਕੀਤੀ। ਸ਼ਤੁਰਨ ਦੀਏ ਨਿਕਾਸ ਅਮ ਅਬ ਸ਼ਰਨ ਤੁਹਾਰੇ। ਕਹਿਣ ਲੱਗੇ ਜੀ ਸਾਨੂੰ ਸ਼ਤਰੂਆਂ ਨੇ ਦਾਨਵਾਂ ਨੇ ਕੱਢ ਦਿੱਤਾ ਸਾਡੀਆਂ ਪੁਰੀਆਂ ਚੋਂ, ਅਸੀਂ ਹੁਣ ਤੁਹਾਡੀ ਸ਼ਰਨ ਚ ਹਾਂ, ਸਾਨੂੰ ਰੱਖੋ। ਦ੍ਰਹਣ ਉਪਾਏ ਬਖਾਨ ਕੈ ਸੁਰ ਸਭ ਸਮਝਾਏ। ਉਸ ਵੇਲੇ ਬ੍ਰਹਮਾ ਜੀ ਨੇ ਉਪਾਅ ਦੀ ਵਿਚਾਰ ਕਰਕੇ ਫਿਰ ਇਹਨਾਂ ਦੇਵਤਿਆਂ ਨੂੰ ਸਮਝਾਇਆ। ਆਦ ਸ਼ਕਤ ਕੀ ਚੰਡਕਾ ਲਿਓ ਤਾਹੇ ਰਜਾਏ। ਆਖਿਆ ਤੁਸੀਂ ਸਾਰੇ ਇਕੱਠੇ ਹੋ ਕੇ ਚੰਡੀ ਦੀ ਆਰਾਧਨਾ ਕਰੋ ਤੇ ਚੰਡੀ ਕੋਲ ਜਾਓ, ਉਹਨੂੰ ਜਾ ਕੇ ਆਪਣੀ ਰੱਖਿਆ ਲਈ ਬੁਲਾਓ। ਲੈ ਦੈ ਹੈ ਤੁਮ ਰਾਜ ਕੋ ਜੈ ਅਧਿਕ ਸਮਾਜਾ। ਉਹ ਚੰਡਕਾ ਜਾ ਕੇ ਤੁਹਾਡਾ ਰਾਜ ਭਾਗ ਤੁਹਾਨੂੰ ਦਵਾਏਗੀ, ਜਿਹਦੇ ਵਿੱਚ ਤੁਹਾਡਾ ਬਹੁਤ ਸਾਰਾ ਅਧਿਕ ਰਾਜ ਸਾਜ ਹੈ। ਸੁਨ ਬ੍ਰਹਮਾ ਤੇ ਗਏ ਸੁਰ ਹਰ ਖਾਵਨ ਕਾਜਾ। ਬ੍ਰਹਮਾ ਜੀ ਕੋਲੋਂ ਸੁਣ ਕੇ ਦੇਵਤੇ ਇਕੱਠੇ ਹੋ ਕੇ ਚੰਡਕਾ ਦੇ ਕੋਲ ਆਏ। ਉਹਨੂੰ ਪ੍ਰਸੰਨ ਕਰਨ ਵਾਸਤੇ ਪਹਿਲਾਂ ਉਹਦੀ ਉਪਮਾ ਕੀਤੀ। ਜਾਏ ਅਰਾਧੀ ਚੰਡਕਾ ਬਿਦਤੀ ਜਗ ਮਾਈ। ਚੰਡੀ ਦੀ ਆਰਾਧਨਾ ਕੀਤੀ। ਕਲਗੀਧਰ ਜੀ ਲਿਖਦੇ ਇੱਕ ਦਿਹਾੜੇ ਨਾਵਣੇ ਆਈ ਦੁਰਗ ਸ਼ਾਹ। ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਛੀਨ ਲਈ ਠੁਕਰਾਈ ਸਾਤੇ ਦਾਨਵੀ। ਕਹਿੰਦੇ ਦੁਰਗਾ ਕੋਲ ਆ ਕੇ ਇੰਦਰ ਨੇ ਆਪਣੀ ਬਿਰਥਾ ਸੁਣਾਈ ਕਿ ਸਾਡੇ ਕੋਲੋਂ ਦਾਨਵਾਂ ਨੇ ਸਾਡਾ ਰਾਜ ਭਾਗ ਖੋਹ ਲਿਆ। ਕਰ ਬੰਦੇ ਬਿਨਤੀ ਸਹਿਤ ਨਿਜ ਬ੍ਰਿਥਾ ਸੁਨਾਈ। ਹੱਥ ਜੋੜ ਕੇ ਚੰਡਕਾ ਨੂੰ ਬੇਨਤੀ ਕਰਕੇ ਆਪਣੀ ਪੀੜਾ ਸੁਣਾਈ। ਦੈਤਨ ਕੀ ਨਿਆਨੀਤ ਲਖ ਨਿਰਜੁਰ ਸਤਕਾਰੇ। ਉਸ ਵੇਲੇ ਦੱਸਿਆ ਕਿ ਦਾਨਵਾਂ ਨੇ ਸਾਡੀ ਅਨੀਤੀ ਕਰਕੇ ਤਿਰਸਕਾਰ ਕੀਤਾ ਹੈ ਔਰ ਪਾਪ ਕਰਮਾਂ ਦਾ ਵਰਤਾਰਾ ਵਰਤਾ ਦਿੱਤਾ। ਧਰਮ ਸਥਾਨਾਂ ਨੂੰ ਦਾਨਵਾਂ ਨੇ ਭ੍ਰਸ਼ਟ ਕਰ ਦਿੱਤਾ। ਲੈ ਦੇ ਹੋ ਤੁਮ ਦੇਸ਼ ਕੋ ਰਿਪ ਬ੍ਰਿੰਦ ਸੰਘਾਰੇ। ਦੇਵਤਿਆਂ ਦੀ ਇਹ ਬਾਤ ਸੁਣ ਕੇ ਕਹਿੰਦੇ ਦੁਰਗਾ ਜਿਹੜੀ ਚੰਡਕਾ ਸੀ ਉਹ ਹੱਸੀ। ਤੋ ਹੱਸ ਕੇ ਉਸ ਵੇਲੇ ਉਹਨੇ ਆਖਿਆ ਫਿਕਰ ਨਾ ਕਰੋ, ਮੈਂ ਤੁਹਾਡਾ ਰਾਜ ਤੁਹਾਨੂੰ ਵਾਪਸ ਲੈ ਕੇ ਦੇਵਾਂਗੀ। ਚੜੀ ਸਿੰਘ ਪਰ ਚੰਡਕਾ ਆਯੁਧ ਬਲ ਤਾਰੇ। ਸ਼ੇਰ ਦੀ ਸਵਾਰੀ ਤੇ ਸਵਾਰ ਹੋ ਕੇ ਉਹਨੇ ਸ਼ਸਤਰ ਧਾਰਨ ਕੀਤੇ ਔਰ ਸ਼ਸਤਰ ਧਾਰਨ ਕਰਕੇ ਦਾਨਵਾਂ ਨਾਲ ਯੁੱਧ ਕੀਤਾ। ਬਦੇ ਦੈਂਤ ਅਨ ਗਨ ਬਦੇ ਰਣ ਖੇਤ ਮਜਾਰੇ। ਦਾਨਵ ਜੋ ਬਹੁਤ ਗਿਣਤੀ ਚ ਵੱਧ ਚੁੱਕੇ ਸਨ, ਅਣਗਿਣਤ ਹੀ ਜੰਗ ਦੇ ਮੈਦਾਨ ਚ ਦਾਨਵ ਲੜਨ ਆਏ। ਤੂਮਰ ਨੈਣ ਪੂਰਬ ਨਿਓ ਪੁਨ ਚੰਡ ਅਰ ਮੁੰਡਾ। ਤੂਮਰ ਨੈਣ ਆਦਿਕ ਦੈਤ, ਚੰਡ ਤੇ ਮੁੰਡ ਆਦਿਕ ਦੈਤ ਜਿਹੜੇ ਸਨ
ਚੰਡੀ ਚਰਿੱਤਰ ਪਹਿਲੇ, ਚੰਡੀ ਚਰਿੱਤਰ ਦੂਜੇ ਵਿੱਚ ਚੰਡੀ ਦੀ ਵਾਰ ਚ ਕਲਗੀਧਰ ਜੀ ਨੇ ਇਸ ਜੰਗ ਦਾ ਵਿਸਥਾਰ ਸਹਿਤ ਵਰਣਨ ਕੀਤਾ ਹੈ। ਖਾਲਸੇ ਚ ਜੰਗੀ ਪ੍ਰਕਰਣ ਸੁਣਾ ਕੇ ਵੀਰ ਰਸ ਭਰਨ ਵਾਸਤੇ। ਰਕਤ ਬੀਜ ਸਨਮੁਖ ਅਰਿਓ ਬਾਜਿਓ ਵੱਡ ਖੰਡਾ। ਕਹਿੰਦੇ ਚੰਡਕਾ ਦੇ ਸਾਹਮਣੇ ਉਸ ਵੇਲੇ ਰਕਤ ਬੀਜ, ਜਿਹਨੂੰ ਸਰਵਣਤ ਬੀਜ ਵੀ ਕਹਿੰਦੇ, ਉਹ ਰਕਤ ਬੀਜ ਆ ਕੇ ਅੜ ਗਿਆ। ਉਹ ਇਹੋ ਜਿਹਾ ਅੜਿਆ ਵੀ ਮਰਨ ਤੇ ਨਹੀਂ ਸੀ ਆਉਂਦਾ। ਰਕਤ ਬੀਜ ਕੇ ਰਕਤ ਤੇ ਰਾਖਸ਼ ਸਮੁਦਾਏ। ਉਸ ਵੇਲੇ ਕਹਿੰਦੇ ਜਿੰਨਾ ਉਹਨੂੰ ਮਾਰਦੀ ਸੀ, ਉਹਦੇ ਸਰੀਰ ਚੋਂ ਜਿਹੜੀਆਂ ਬੂੰਦਾਂ ਡਿੱਗਦੀਆਂ ਸੀ, ਉਹਦੇ ਚੋਂ ਹੋਰ ਅਨੇਕਾਂ ਇੱਕ ਇੱਕ ਬੂੰਦ ਚੋਂ ਕਈ ਰਕਤ ਬੀਜ ਜਿਹੜੇ ਸਨ ਉਹ ਪੈਦਾ ਹੋ ਜਾਂਦੇ ਸਨ। ਉਪਜਦ ਤਿਉ ਤਿਉ ਹਨਤ ਐ ਰਣ ਭੂਮ ਗਿਰਾਏ। ਜਿਵੇਂ ਜਿਵੇਂ ਵੱਢਦੀ ਸੀ, ਉਹਦੇ ਖੂਨ ਦੀਆਂ ਬੂੰਦਾਂ ਤੋਂ ਅੱਗੇ ਹੋਰ ਪੈਦਾ ਹੋ ਜਾਂਦੇ ਸਨ। ਤਿਉ ਤਿਉ ਹੋਤੇ ਅਸੰਖਈ ਟੋਟਾ ਨੇ ਆਇਓ। ਕਹਿੰਦੇ ਅਣਗਿਣਤੀ ਪੈਦਾ ਹੋ ਗਏ, ਉਹਨਾਂ ਦਾ ਟੋਟਾ ਨਹੀਂ ਆਉਂਦਾ। ਬਹੁਤ ਬਰਖ ਸੰਗਰਾਮ ਪਾ ਲੇਖਾ ਨੇ ਪਾਇਓ। ਕਹਿੰਦੇ ਸੈਂਕੜੇ ਸਾਲਾਂ ਤੱਕ ਤਾਂ ਇਦਾਂ ਹੀ ਯੁੱਧ ਹੁੰਦਾ ਰਿਹਾ, ਗਿਣਤੀ ਨਹੀਂ ਹੁੰਦੀ। ਨੋਕੇ ਪਰ ਸਤ ਸੂਨ ਲਗ। 9 ਦੇ ਉੱਤੇ ਕਹਿੰਦੇ 7 ਜ਼ੀਰੋਆਂ ਲਾ ਦਿਓ, ਇੰਨਾ ਲੰਮਾ ਸਮਾਂ ਕਹਿੰਦੇ ਜੰਗ ਹੁੰਦਾ ਰਿਹਾ। ਸੰਖਿਆ ਸਭ ਕੀਨੀ। ਇਹ ਗਿਣਤੀ ਕੀਤੀ ਜਾਂਦੀ ਹੈ। ਬ੍ਰਿੰਦ ਰਖੀਸ਼ੁਰ ਗਿਨਤ ਪਏ ਇਤਨੀ ਚਿਤ ਚੀਨੀ। ਬਹੁਤ ਸਾਰੇ ਰਖੀਸ਼ੁਰਾਂ ਨੇ ਏਡੇ ਲੰਮੇ ਸਮੇਂ ਦੇ ਜੰਗ ਦਾ ਵਰਣਨ ਕੀਤਾ ਹੈ। ਪਏ ਰਕਤ ਤੇ ਪੁਨਹ ਤੇ ਬੁੱਧ ਬੁੱਧ ਸਮ ਹੋਈ। ਰਕਤ ਬੀਜ ਦੇ ਖੂਨ ਦੀਆਂ ਬੂੰਦਾਂ ਤੋਂ ਜਿੰਨੇ ਪੈਦਾ ਹੁੰਦੇ, ਉਹਨਿਆਂ ਨੂੰ ਮਾਰਦੀ, ਉਹ ਅੱਗੋਂ ਹੋਰ ਪੈਦਾ ਹੋ ਜਾਂਦੇ। ਪਇਓ ਰਕਤ ਕੋ ਜਲ ਇਤੋ ਜਨ ਪਰ ਲੈ ਹੋਈ। ਕਹਿੰਦੇ ਇੰਨਾ ਖੂਨ ਵਹਿਆ ਦਾਨਵਾਂ ਦਾ, ਰਾਖਸ਼ਾਂ ਦਾ, ਮਾਨੋ ਜਿਵੇਂ ਪਰਲੋ ਆ ਗਈ ਹੋਵੇ ਖੂਨ ਦੀ। ਸ਼ੂਨ ਪਾਈ ਸਭ ਸ੍ਰਿਸ਼ਟ ਤਬ ਤਨ ਇੰਗਤ ਨਾਈ। ਧਰਤੀ ਸਾਰੀ ਸੁੰਨ ਹੋ ਗਈ ਜਦੋਂ ਇੰਨਾ ਲੰਮਾ ਸਮਾਂ ਜੰਗ ਚੱਲੇਗਾ, ਕੀ ਬਣੇਗਾ ਦੁਨੀਆ ਦਾ। ਕਹਿੰਦੇ ਧਰਤੀ ਸਾਰੀ ਸੁੰਨ ਹੋ ਗਈ, ਲੋਕ ਇੰਗਤ ਹੋ ਗਏ, ਸਰੀਰਾਂ ਵਿੱਚ ਸਤ ਨਾ ਰਿਹਾ। ਇਸ ਪ੍ਰਕਾਰ ਪਿਖੀਅਤ ਮਨੋ ਪਾਥਰ ਜਲ ਮਾਈ। ਕਹਿੰਦੇ ਇਸ ਪ੍ਰਕਾਰ ਨਾਲ ਜੰਗ ਦੇ ਮੈਦਾਨ ਦੇ ਵਿੱਚ ਡਿੱਗੇ ਹੋਏ ਰਾਖਸ਼ਾਂ ਦੀਆਂ ਲੋਥਾਂ ਨਜ਼ਰ ਆਉਂਦੀਆਂ, ਜਿਵੇਂ ਮਾਨੋ ਪਾਣੀ ਵਿੱਚ ਪੱਥਰ ਡਿੱਗੇ ਹੋਣ। ਗਣ ਗਣ ਸੰਗ ਜੋ ਚੰਡਿਕਾ ਇਹ ਸਮੇਂ ਪਲਾਏ। ਕਹਿੰਦੇ ਬਹੁਤ ਸਾਰੇ ਗਣ ਚੰਡਕਾ ਦੇ ਨਾਲ ਲੜ ਰਹੇ ਨੇ। ਕੋ ਲੜ ਕੋ ਬਿਨ ਲੜੇ ਨੇ ਠਹਿਰਨ ਪਾਏ। ਕਹਿੰਦੇ ਕੋਈ ਲੜਦਾ, ਕੋਈ ਬਿਨਾਂ ਲੜਿਆਂ ਭੱਜ ਜਾਂਦਾ ਹੈ। ਅੰਤਰ ਧਿਆਨ ਹੋਏ ਅੰਬਕਾ ਬਿੰਦਿਆ ਚਲ ਆਈ। ਜਦੋਂ ਰਕਤ ਬੀਜ ਮਰਿਆ ਹੀ ਨਹੀਂ ਤਾਂ ਉਸ ਵਕਤ ਬਹੁਤ ਸਮਾਂ ਉਹਨਾਂ ਨੂੰ ਮਾਰਦਿਆਂ ਮਾਰਦਿਆਂ ਆਖਰਕਾਰ ਅੰਤਰ ਧਿਆਨ ਹੋਣਾ ਪਿਆ ਚੰਡੀ ਨੂੰ। ਕਲਗੀਧਰ ਲਿਖਦੇ ਆ ਚੰਡੀ ਦੀ ਵਾਰ ਚ ਕਿ ਨਿਕਲੀ ਮੱਥਾ ਫੋੜ ਕੇ ਜਨ ਫਤਿਹ ਨਿਸ਼ਾਨ ਬਜਾਏ ਕੈ। ਫਿਰ ਇਹਦੇ ਮੱਥੇ ਚੋਂ ਕਹਿੰਦੇ ਕਾਲਕਾ ਨਿਕਲੀ, ਉਹਨੇ ਖੂਨ ਡਿੱਗਣ ਹੀ ਨਹੀਂ ਦਿੱਤਾ। ਜਿਹੜਾ ਖੂਨ ਰਕਤ ਬੀਜ ਦਾ ਆਉਂਦਾ ਖੱਪਰ ਚ ਭਰ ਲੈਂਦੀ ਤੇ ਪੀ ਲੈਂਦੀ, ਕਿਉਂਕਿ ਜ਼ਮੀਨ ਤੇ ਡਿੱਗਦਾ ਤੇ ਹੋਰ ਪੈਦਾ ਹੁੰਦੇ ਸੀ ਰਕਤ ਬੀਜ। ਪਰ ਉਹਨੂੰ ਪਹਿਲਾਂ ਧਿਆਨ ਕਰਕੇ ਨੇ ਆਰਾਧਿਆ ਆਪਣੇ ਅੰਦਰ ਉਸ ਦੂਸਰੀ ਸ਼ਕਤੀ ਨੂੰ ਪੈਦਾ ਕਰਨ ਲਈ, ਤੇ ਇੱਕ ਵਾਰੀ ਦਾਨਵਾਂ ਕੋਲੋਂ ਅਲੋਪ ਹੋ ਕੇ ਚਲੀ ਗਈ। ਬਨ ਮੂਰਤ ਤਪ ਕਰਤ ਪੀ ਕੈ ਲਖੀ ਨ ਜਾਈ। ਵਿੰਧਿਆਚਲ ਪਰਬਤਾਂ ਵਿੱਚ ਜਾ ਕੇ, ਗੁਪਤ ਰੂਪ ਦੇ ਵਿੱਚ ਜਾ ਕੇ, ਮੂਰਤੀ ਬਣ ਕੇ ਤਪ ਦੀ ਮੂਰਤ ਤਪ ਕਰਨ ਲੱਗੀ, ਕਿਸੇ ਕੋਲੋਂ ਲੱਭੀ ਨਾ ਜਾਵੇ। ਅਸੁਰ ਲਗੇ ਤਬ ਖੋਜਨੇ। ਦਾਨਵ ਜਿਹੜੇ ਸਨ ਉਹ ਲੱਭਣ ਲੱਗੇ, ਭਾਲਣ ਲੱਗੇ। ਇਤੋਤ ਚੌਂਕਾਏ। ਚਾਰੇ ਪਾਸੇ ਫਿਰ ਕੇ ਵੇਖਦੇ ਨੇ ਦੇਵੀ ਕਿੱਥੇ ਚਲੀ ਗਈ ਹੈ। ਇੱਕ ਤਪਸੀ ਤਪ ਨਿਦਤਾ ਜਿਸ ਸਿੱਖ ਸਮੁਦਾਏ। ਕਹਿੰਦੇ ਇੱਕ ਤਪਸਵੀ ਜਿਹਦਾ ਨਾਮ ਸਮੁੰਦ ਰਿਸ਼ੀ ਹੈ, ਉਹ ਬੈਠੇ ਤਪ ਕਰ ਰਹੇ ਸਨ ਆਪਣੇ ਚੇਲਿਆਂ ਦੇ ਸਮੇਤ। ਇਹ ਦਾਨਵ ਉਹਨਾਂ ਦੇ ਕੋਲ ਆਏ। ਚੰਡੀ ਚਰਿੱਤਰ ਚ ਮਹਾਰਾਜ ਜੀ ਨੇ ਬਚਨ ਲਿਖੇ ਨੇ। ਉਹਨਾਂ ਨੂੰ ਆ ਕੇ ਪੁੱਛਣ ਲੱਗੇ ਰਿਸ਼ੀ ਨੂੰ, ਕਹਿੰਦੇ ਇੱਕ ਤੁਸੀਂ ਔਰਤ ਨਹੀਂ ਵੇਖੀ ਇੱਧਰ ਨੂੰ ਜਾਂਦਿਆਂ? ਕਹਿੰਦੇ ਕਿੱਦਾਂ ਦੀ ਹੈ? ਕਹਿੰਦੇ ਹਰ ਸੋ ਮੁਖ ਹੈ, ਹਰਤੀ ਦੁਖ ਹੈ। ਕਲਗੀਧਰ ਜੀ ਨੇ ਚੰਡੀ ਚਰਿੱਤਰ ਦੇ ਵਿੱਚ ਉਹ ਛੰਦ ਲਿਖਿਆ, ਬੜੇ ਵਿਸਥਾਰ ਨਾਲ ਮਹਾਰਾਜ ਜੀ ਨੇ ਸਾਰੀ ਵਿਆਖਿਆ ਚੰਡੀ ਚਰਿੱਤਰ ਚ। ਲਿਖਣ ਦਾ ਪ੍ਰਯੋਜਨ ਕੀ ਹੈ ਕਿ ਜੰਗ ਯੁੱਧ ਦਾ ਪ੍ਰਸੰਗ ਆਪਣੇ ਸਿੱਖਾਂ ਨੂੰ ਸੁਣਾ ਕੇ ਉਹਨਾਂ ਅੰਦਰ ਜੰਗ ਲੜਨ ਦਾ ਉਤਸ਼ਾਹ ਪੈਦਾ ਕਰਨਾ। ਇਹਦੇ ਨਾਲ ਚੰਡੀ ਦੇ ਪੁਜਾਰੀ ਨਹੀਂ ਹੋ ਗਏ ਖਾਲਸੇ,
ਜੰਗ ਯੁੱਧ ਦਾ ਪ੍ਰਕਰਨ ਸੁਣਾ ਕੇ, ਜਿਵੇਂ ਕ੍ਰਿਸ਼ਨ ਜੀ ਨੇ ਜੰਗ ਲੜੇ, ਜਦੋਂ ਜੰਗਾਂ ਦੀ ਕਥਾ ਆਉਂਦੀ ਮਹਾਰਾਜ ਬੜਾ ਵਿਸਥਾਰ ਕਰਦੇ ਕਲਗੀਧਰ। ਉਹ ਜੰਗਾਂ ਯੁੱਧਾਂ ਦਾ ਵਰਣਨ ਇਸ ਕਰਕੇ ਕਰਦੇ, ਖਾਲਸੇ 'ਚ ਬੀਰ ਰਸ ਭਰਨਾ ਸੀ, ਜੰਗੀ ਬਿਰਤੀ ਭਰਨੀ ਸੀ। ਤੋ ਜੰਗੀ ਪ੍ਰਕਰਨ ਸੁਣਨਗੇ ਤਦੇ ਹੀ, ਜੰਗ ਯੁੱਧ ਦੀਆਂ ਬਾਤਾਂ ਸੁਣਨਗੇ ਕਰਨਗੇ ਤਦੇ ਹੀ ਅੰਦਰ ਉਤਸ਼ਾਹ ਪੈਦਾ ਹੋਵੇਗਾ ਲੜਨ ਦਾ। ਖੈਰ ਕਹਿੰਦੇ ਉਹ ਸਾਰੇ ਜਿਹੜੇ ਦਾਨਵ ਸੀ, ਉਹ ਦੇਵੀ ਜਿਹੜੀ ਅਲੋਪ ਹੋ ਚੁੱਕੀ ਸੀ, ਉਹਨੂੰ ਲੱਭਦਿਆਂ ਲੱਭਦਿਆਂ ਸਮੁੰਦਰ ਰਿਸ਼ੀ ਦੇ ਕੋਲ ਆਏ, ਜਿੱਥੇ ਉਹ ਤਪ ਕਰ ਰਹੇ ਸਨ। ਜੁਗ ਰਾਖਸ਼ ਤੈਤ ਜੂਤ ਪਤ ਬੂਜਨ ਤਬ ਲਾਗੇ। ਉਹ ਦਾਨਵ ਆਏ ਜਿਹੜੇ ਆਪਣੀ ਫੌਜ ਦੇ ਸਮੇਤ ਉੱਥੇ ਪਹੁੰਚੇ। ਬੇਲ ਸੁਬੇਲੇ ਨਾਮ ਜਿਨ ਮਨ ਮੈਂ ਰਿਸ ਜਾਗੇ। ਇੱਕ ਦਾ ਨਾਮ ਬੇਲ ਤੇ ਦੂਜੇ ਦਾ ਨਾਮ ਸੁਬੇਲ ਸੀ, ਬੜੇ ਗੁੱਸੇ ਵਿੱਚ ਸਨ। ਹਾਏ ਹਾਏ ਕਰ ਖੋਜਤੇ ਤ੍ਰਿਆ ਕਹਾਂ ਪਲਾਈ। ਹਾਏ ਹਾਏ ਕਰਦਿਆਂ ਲੱਭਦੇ ਫਿਰਦੇ ਕਹਿੰਦੇ ਉਹ ਔਰਤ ਗਈ ਕਿੱਥੇ ਹੈ? ਉਹ ਜਿਹੜੀ ਔਰਤ ਸੀ ਸਾਡੇ ਨਾਲ ਲੜਨ ਵਾਲੀ, ਉਹ ਗਈ ਕਿੱਥੇ ਆ? ਦਾਨਵ ਏਦਾਂ ਲੱਭ ਰਹੇ ਸਨ। ਉਹ ਲੈ ਗਮਨਿਓ ਕਿਤ ਗਇਓ। ਕੌਣ ਲੈ ਕੇ ਚਲਾ ਗਿਆ? ਕਿੱਧਰ ਚਲਾ ਗਿਆ? ਦਿਓ ਰਿਖੀ ਬਤਾਈ। ਏ ਰਿਸ਼ੀ ਦੱਸ ਸਾਨੂੰ ਉਹ ਔਰਤ ਕਿੱਥੇ ਗਈ ਹੈ? ਰਿਸ ਤਰ ਤਪਸੀ ਤਬ ਕਯੋ। ਤਪਸੀ ਗੁੱਸੇ ਵਿੱਚ ਆ ਕੇ ਬੋਲਿਆ, ਕਿਉਂ ਕਰ ਬਕਬਾਦੇ। ਕਹਿੰਦਾ ਉਹ ਕਿਉਂ ਬਕਵਾਸ ਕਰਦੇ ਹੋ? ਕੋਈ ਸਧਾਰਨ ਔਰਤ ਨਹੀਂ ਸੀ, ਉਹ ਵੀ ਸ਼ਕਤੀ ਸੀ ਅਕਾਲ ਪੁਰਖ ਦੀ। ਸੋ ਪੂਰਨ ਸਭ ਮੈਂ ਸਦਾ ਸ਼ਕਤੀ ਵੱਡ ਆਦੇ। ਉਹ ਸ਼ਕਤੀ ਸੀ ਤੁਹਾਡਾ ਸੰਘਾਰ ਕਰਨੇ ਵਾਲੀ। ਤਪਸੀ ਨਾਮ ਸਮੁੰਡ ਤੇ ਸੁਨ ਕਰ ਮਤਵਾਰੇ। ਜਦੋਂ ਸਮੁੰਦਰ ਰਿਸ਼ੀ ਨੇ ਉਸ ਦੇਵੀ ਦਾ ਪੱਖ ਪੂਰਿਆ ਤੇ ਦਾਨਵ ਬੜੇ ਗੁੱਸੇ ਵਿੱਚ ਆਏ ਸੁਣ ਕੇ ਵੀ ਇਹ ਸਾਡੀ ਦੁਸ਼ਮਣ ਦੀ ਉਪਮਾ ਕਰਦਾ। ਤਾਏ ਪਰੇ ਹਿਤ ਮਾਰਬੇ ਕਹਿ ਮਾਰੋ ਮਾਰੇ। ਉਹ ਇਹਨੂੰ ਸਮੁੰਦਰ ਰਿਸ਼ੀ ਨੂੰ ਹੀ ਮਾਰਨ ਆਣ ਪਏ। ਕਹਿੰਦੇ ਪਹਿਲਾਂ ਤੈਨੂੰ ਹੀ ਮਾਰਦੇ ਆ, ਦੇਵੀ ਤਾਂ ਬਾਅਦ ਚ ਲੱਭਾਂਗੇ ਜਿਹਨੂੰ ਤੂੰ ਦੇਵੀ ਕਹਿਣਾ। ਸਾਡੇ ਲਈ ਤਾਂ ਉਹ ਜਨਾਨੀ ਸੀ ਜਿਹੜੀ ਸਾਡੇ ਨਾਲ ਲੜ ਕੇ ਗਈ ਹੈ, ਅਸੀਂ ਤਾਂ ਉਹਦੀ ਭਾਲ ਕਰਨੀ, ਦੇਵੀ ਹੋਏਗੀ ਤੁਹਾਡੇ ਲਈ। ਕਹਿੰਦਾ ਮੈਂ ਪਹਿਲਾਂ ਤੁਹਾਨੂੰ ਹੀ ਮਾਰਾਂਗੇ ਅਸੀਂ। ਕਹਿੰਦੇ ਏਦਾਂ ਉਹ ਜਿਹੜੇ ਬੇਲ ਸੁਬੇਲ ਆਦਿਕ ਰਾਖਸ਼ ਸਨ, ਉਹ ਮਾਰਨ ਵਾਸਤੇ ਜਦੋਂ ਸਮੁੰਦਰ ਰਿਸ਼ੀ ਵੱਲ ਵਧੇ। ਮਨ ਮੈਂ ਮੁਨੀ ਵਿਚਾਰ ਕਰ ਕਿਆ ਕਰੇ ਉਪਾਈ। ਸਮੁੰਦਰ ਰਿਸ਼ੀ ਨੇ ਮਨ 'ਚ ਵਿਚਾਰ ਕੀਤੀ ਵੀ ਹੁਣ ਕੀ ਉਪਾਅ ਕਰੀਏ, ਅਸੀਂ ਤਾਂ ਲੜ ਨਹੀਂ ਸਕਦੇ। ਮੇਰਾ ਅਰ ਮਮ ਚੇਲ ਕਾ ਨੈ ਧਰਮ ਲੜਾਈ। ਮੇਰਾ ਤੇ ਮੇਰੇ ਚੇਲਿਆਂ ਦਾ ਲੜਾਈ ਕਰਨਾ ਧਰਮ ਨਹੀਂ, ਅਸੀਂ ਤਾਂ ਤਪਸਵੀ ਹਾਂ, ਕਿਉਂਕਿ ਲੜਾਈ ਕਰਨਾ ਤਾਂ ਛਤਰੀ ਦਾ ਕੰਮ, ਸੂਰਮੇ ਦਾ ਕਰਮ ਹੈ। ਬ੍ਰਹਮਣ ਬ੍ਰਹਮ ਪਰਾਇਣਾ ਨਿਤਨੇਮ ਹਮਾਰਾ। ਸਾਡਾ ਤਾਂ ਬ੍ਰਹਮ ਪਰਾਇਣ ਹੋ ਕੇ ਨਿਤਨੇਮ ਕਰਨਾ ਹੈ, ਬ੍ਰਹਮ ਨੂੰ ਜਾਣਨਾ ਇਹ ਸਾਡਾ ਧਰਮ ਕਰਤੱਵ ਹੈ, ਲੜਨਾ ਸਾਡਾ ਧਰਮ ਨਹੀਂ। ਸ਼ੇਰ ਖਾਲ ਲੈ ਹੱਥ ਮੈਂ ਮੁਖ ਤੇ ਹੰਕਾਰਾ। ਕਹਿੰਦੇ ਸਮੁੰਦਰ ਰਿਸ਼ੀ ਜੀ ਨੇ ਉਸ ਵੇਲੇ ਆਪਣੀ ਉਹ ਖੱਲ ਚੁੱਕੀ ਜਿਹਦੇ ਤੇ ਬਹਿੰਦੇ ਸੀ, ਸ਼ੇਰ ਦੀ ਖੱਲ ਸੀ, ਉਹਨੂੰ ਪਕੜ ਕੇ ਕਹਿੰਦੇ ਮੁਖ ਤੋਂ ਹੰਕਾਰ ਕਰਕੇ ਜਿੰਨੀ ਤਪੱਸਿਆ ਉਹਨਾਂ ਨੇ ਕੀਤੀ ਸੀ ਉਹਦੇ ਬਲ ਨਾਲ ਤੇਜ ਪੁੰਜ ਨਿਕਸਿਓ ਪੁਰਖ ਸੰਗਰਾਮ ਮਚਾਵਾ। ਉਹਦੇ ਵਿੱਚ ਇੱਕ ਮਹਾਨ ਤੇਜਸਵੀ ਪੁਰਖ ਪੈਦਾ ਹੋਇਆ, ਜਿਸ ਨੇ ਭਿਆਨਕ ਸੰਗਰਾਮ ਉਹ ਪੈਦਾ ਹੋਇਆ। ਤੇ ਪੁੱਛਿਆ, ਹਾਂ ਪਿਤਾ ਜੀ ਮੇਰੇ ਲਈ ਕੀ ਆਗਿਆ ਹੈ? ਤਾਂ ਪਿਤਾ ਸਮੁੰਦਰ ਰਿਸ਼ੀ ਜੀ ਨੇ ਕਿਹਾ, ਆਗਿਆ ਹੈ ਇਹਨਾਂ ਰਾਖਸ਼ਾਂ ਦਾ ਸੰਘਾਰ ਕਰੋ। 10 ਲੱਖ ਬਰਸ ਸਹੰਸਰ ਪੰਚ ਕਮਸਾਨ ਮਚਾਵਾ। ਕਹਿੰਦੇ ਲੰਮਾ ਸਮਾਂ ਉਹਨਾਂ ਰਾਖਸ਼ਾਂ ਦੇ ਨਾਲ ਉਸ ਤਪਸਵੀ ਪੁਰਸ਼ ਨੇ ਜੰਗ ਕੀਤਾ ਜਿਹੜਾ ਸ਼ੇਰ ਦੀ ਖੱਲ ਚੋਂ ਸਮੁੰਦਰ ਰਿਸ਼ੀ ਨੇ ਪੈਦਾ ਕੀਤਾ। ਮੂਰਤ ਤੇ ਉੱਠ ਚੰਡਿਕਾ ਉਰ ਕ੍ਰੋਧੀ ਉਪਾਏ। ਕਹਿੰਦੇ ਸੈਂਕੜੇ ਸਾਲਾਂ ਤੱਕ ਉਹ ਲੜਦਾ ਰਿਹਾ, ਇੰਨੇ ਨੂੰ ਉਧਰ ਦੇਵੀ ਦੀ ਸਾਧਨਾ ਪੂਰੀ ਹੋਈ ਤੇ ਉਹ ਵੀ ਪ੍ਰਗਟ ਹੋਈ। ਯੁੱਧ ਕਰਿਓ ਬਦ ਕਰ ਅਸੁਰ ਰਣ ਕਰਤ ਖਪਾਏ। ਉਹਨੇ ਵੇਖਿਆ ਕਿ ਇਸ ਤਪਸਵੀ ਨੇ ਭਿਆਨਕ ਯੁੱਧ ਕਰਕੇ ਸੈਂਕੜੇ ਹਜ਼ਾਰਾਂ ਲੱਖਾਂ ਕਰੋੜਾਂ ਦਾਨਵ ਮਾਰੇ ਹਨ। ਵਿਜੇ ਪਾਏ ਤਿਸ ਪੁਰਖ ਕੋ ਨਿਜ ਨਿਕਟ ਬਿਠਾਇਓ। ਵਿਜੇ ਪ੍ਰਾਪਤ ਕਰਕੇ ਕਹਿੰਦੇ ਉਸ ਤੇਜਸਵੀ ਪੁਰਖ ਨੂੰ ਦੇਵੀ ਨੇ ਆਪਣੇ ਕੋਲ ਬਿਠਾਇਆ। ਹੇ ਤਪਸੀ ਤਪ ਕਹਿ ਕਯੋ ਤੈ ਯੁੱਧ ਮਚਾਇਓ। ਕਹਿਣ ਲੱਗੀ, ਹੈ ਤਪਸਵੀ ਤੈ ਭਾਰੀ ਭਿਆਨਕ ਯੁੱਧ ਕੀਤਾ, ਜੰਗ ਕੀਤਾ ਹੈ। ਮੇਰੀ ਕਰੀ ਸਹਾਇਤਾ ਹਤ ਸ਼ਤਰੂ ਲੜਾਈ। ਤੁਸੀਂ ਮੇਰੀ ਸਹਾਇਤਾ ਕੀਤੀ ਹੈ, ਤੁਸੀਂ ਮੇਰੀ ਮਦਦ ਕੀਤੀ ਹੈ ਔਰ ਤੁਸੀਂ ਸਹਾਇਤਾ ਕਰਕੇ ਮੇਰੀ ਜੰਗ ਦੇ ਮੈਦਾਨ 'ਚ ਮੇਰੇ ਨਾਲ ਲੜੇ ਹੋ। ਇੱਕ ਬਾਰ ਹੋ ਆਏ ਹੋ ਤੁਮ ਲਿਓ ਬੁਲਾਈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋ ਪ੍ਰਚੰਡ ਸ਼ਕਤੀ ਆਦਿ ਸ਼ਕਤੀ ਹੈ,
ਉਹ ਵੀ ਆਪ ਜੀ ਦੀ ਮਦਦ ਵਾਸਤੇ ਆਵੇਗੀ ਜਦੋਂ ਤੁਸੀਂ ਜੰਗ ਦੇ ਮੈਦਾਨ ਵਿੱਚ ਜੂਝੋਗੇ, ਲੜੋਗੇ। ਮੈਂ ਪ੍ਰਸੰਨ ਅਬ ਜਾਚ ਬਰ ਰਹਿ ਬਪ ਏਉ ਤੇਰਾ। ਮੈਂ ਪ੍ਰਸੰਨ ਹਾਂ ਤੁਹਾਡੀ ਇਸ ਘਾਲਣਾ ਨੂੰ ਵੇਖ ਕੇ, ਜੰਗ ਯੁੱਧ ਨੂੰ ਵੇਖ ਕੇ, ਤੁਹਾਡਾ ਜਿਹੜਾ ਇਹ ਬੱਪ ਸਰੀਰ ਹੈ। ਦੁਸ਼ਟ ਦਮਨ ਤਰ ਨਾਮ ਤੋ ਜਗ ਬਿਦਤ ਕਨੇਰਾ। ਤੁਹਾਡੇ ਇਸ ਸਰੀਰ ਦਾ ਨਾਮ ਇਸ ਜਗਤ ਵਿੱਚ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਬਿਦਤ ਹੋਵੇਗਾ, ਪ੍ਰਗਟ ਹੋਵੇਗਾ। ਕਲਗੀਧਰ ਜੀ ਆਪਣੇ ਪੂਰਵ ਜਨਮ ਦੀ ਕਥਾ ਦੱਸ ਰਹੇ ਨੇ ਸਿੰਘਾਂ ਨੂੰ, ਜਿਹਦਾ ਕੁਝ ਕੁ ਜ਼ਿਕਰ ਗੁਰਦੇਵ ਨੇ ਬਚਿੱਤਰ ਨਾਟਕ ਵਿੱਚ ਕੀਤਾ। ਹੇਮਕੁੰਡ ਪਰਬਤ ਹੈ ਜਹਾਂ, ਸਬਤ ਸ੍ਰਿੰਗ ਸੋਭਤ ਹੈ ਤਹਾਂ। ਪੰਡ ਰਾਜ ਹੈ ਜੋਗ ਕਮਾਵਾ, ਉਹਦਾ ਵਿਆਖਿਆ ਮਹਾਰਾਜ ਜੀ ਦੱਸ ਰਹੇ ਨੇ ਕਿ ਉਦੋਂ ਸਾਡਾ ਦੁਸ਼ਟ ਦਮਨ ਏਦਾਂ ਅਸੀਂ ਪੈਦਾ ਹੋਏ ਸੀ। ਕਲਗੀਧਰ ਜੀ ਦੱਸਦੇ ਆ, ਕਹਿੰਦੇ ਉਸੇ ਦੇਵੀ ਨੇ ਸਾਨੂੰ ਦੁਸ਼ਟਾਂ ਦਾ ਦਮਨ ਕਰਨੇ ਕਰਕੇ ਸਾਡਾ ਨਾਮ ਉਦੋਂ ਦੁਸ਼ਟ ਦਮਨ ਰੱਖਿਆ ਗਿਆ। ਤੇਰੀ ਸਭ ਸੰਗਤ ਪਾਈ ਬਨ ਗੁਰੂ ਬਡੇਰਾ। ਤੁਸੀਂ ਆਉਣ ਵਾਲੇ ਸਮੇਂ 'ਚ ਪਰਮੇਸ਼ਵਰ ਰੂਪ, ਗੁਰੂ ਰੂਪ ਹੋ ਕੇ ਪ੍ਰਗਟ ਹੋਣਾ। ਆ ਜਿੰਨੇ ਤਪਸਵੀ ਹਨ ਤੁਹਾਡੇ ਨਾਲ, ਇਹ ਸਾਰੇ ਤੁਹਾਡੀ ਸਿੱਖ ਸੰਗਤ ਹੋਣਗੇ। ਕਰੀਏ ਮੋਏ ਸਰੂਪ ਕੋ ਸਭ ਸਿੱਖਨ ਕੇਰਾ। ਤੁਸੀਂ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਜੋ ਸਵਰੂਪ ਆਦਿ ਸ਼ਕਤੀ ਹੈ, ਤਿਸ ਦਾ ਧਿਆਨ ਧਾਰਨ ਕਰਨਾ। ਗਇਓ ਪੁਰਖ ਨੇ ਸੁਨਤ ਬਰ ਹੋਏ ਸਿੰਘ ਸੋ ਨਾਮੋ। ਕਹਿੰਦੇ ਉਸ ਵਕਤ ਦੁਸ਼ਟ ਦਮਨ ਜੀ ਨੇ ਕਿਹਾ ਕਿ ਮੇਰਾ ਸਿੰਘ ਨਾਮ ਕਰਕੇ ਖਾਲਸਾ ਪੈਦਾ ਹੋਵੇਗਾ। ਕੇਸ ਖੁੱਲੇ ਘਟ ਤਾਗ ਬਿਨ ਪੰਥ ਸੋ ਅਬਿਰਾਮ। ਮੇਰਾ ਜਿਹੜਾ ਪੰਥ ਹੋਵੇਗਾ ਕੇਸਾਂ ਵਾਲਾ, ਖੁੱਲੇ ਲੰਮੇ ਕੇਸਾਂ ਵਾਲਾ, ਕੱਟ ਤਾਗ ਬਿਨ, ਉਹਨਾਂ ਦੇ ਗਲ ਦੇ ਵਿੱਚ ਨਾ ਤਾਂ ਧਾਗਾ ਹੋਵੇਗਾ ਤੇ ਤੇੜ ਧੋਤੀ ਨਹੀਂ ਹੋਵੇਗੀ। ਧਾਗੇ ਦੀ ਥਾਂ ਤੇ ਗਲ ਦੇ ਵਿੱਚ, ਗਾਤਰੇ ਵਿੱਚ ਸ਼੍ਰੀ ਸਾਹਿਬ ਸੋਭਨੀਕ ਹੋਵੇਗੀ ਤੇ ਧੋਤੀ ਦੀ ਥਾਂ ਤੇ ਤੇੜ ਕਛਹਿਰਾ ਹੋਵੇਗਾ। तेज शस्त्र को दीजिए सब रचन तुआरी। और मेरे खालसे ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਦ ਸ਼ਕਤੀ ਦਾ ਭਗਉਤੀ ਜਿਹੜੀ ਇਸ ਸ਼ਸਤਰ ਰੂਪ ਦੇ ਵਿੱਚ ਇਹਦਾ ਤੇਜ ਵਰਤੇਗਾ। ਭੁਗਤ ਮੁਕਤ ਪਦਵੀ ਮਿਲੇ ਅਰ ਗਿਰਾ ਉਦਾਰੀ। ਔਰ ਮੇਰੇ ਖਾਲਸੇ ਨੂੰ ਭੁਗਤ ਮੁਕਤ ਦੀ ਜਿਹੜੀ ਦਾਤ ਹੈ ਉਹ ਪ੍ਰਾਪਤ ਹੋਵੇਗੀ। ਸ਼ੇਰ ਖਾਲ ਤੇ ਖਾਲਸਾ ਬਲ ਸੋ ਉਪਜਾਵਾ। ਸਮੁੰਦ ਰਿਸ਼ੀ ਜੀ ਨੇ ਆਖਿਆ, ਕਹਿੰਦੇ ਮੈਂ ਸ਼ੇਰ ਦੀ ਖਲ ਚੋਂ ਤੁਹਾਨੂੰ ਪੈਦਾ ਕੀਤਾ ਹੈ, ਇਸ ਕਰਕੇ ਤੁਸੀਂ ਖਾਲਸ ਰੂਪ ਹੋ ਗਏ, ਯਾਨੀ ਕਿ ਖਲ ਚੋਂ ਪੈਦਾ ਹੋਏ, ਸ਼ੇਰ ਦੀ ਖਲ ਚੋਂ। ਤੇਜ ਸ਼ੇਰ ਕੋ ਅਗਰ ਹੋਏ ਪੀਛੇ ਪਛਤਾਵਾ। ਕਹਿੰਦੇ ਤੁਹਾਡੇ ਖਾਲਸੇ 'ਚ ਸ਼ੇਰ ਵਰਗਾ ਪ੍ਰਤਾਪ ਹੋਵੇਗਾ, ਤੇਜ ਹੋਵੇਗਾ। ਜਦੋਂ ਜੰਗ ਦੇ ਮੈਦਾਨ 'ਚ ਤੁਹਾਡੇ ਸੂਰਬੀਰ ਖਾਲਸੇ ਦੇ ਸਿੰਘ ਲੜਨਗੇ, ਸ਼ੇਰ ਵਾਂਗੂ ਦਹਾੜ ਮਾਰ ਕੇ ਵੈਰੀ ਦਲ ਦੇ ਉੱਤੇ ਟੁੱਟ ਕੇ ਪੈਣਗੇ। ਹੋਏ ਉਨਮਾਦੇ ਵਸਤ ਕੋ ਪਛਤਾਵਾ ਸੋਈ। ਪਰ ਕਹਿੰਦੇ ਇਸ ਪ੍ਰਕਾਰ ਦੇ ਨਾਲ ਜੰਗ ਦੇ ਮੈਦਾਨ ਵਿੱਚ ਲੜਦਿਆਂ ਸੂਰਬੀਰਤਾ ਵਿਖਾਉਣਗੇ। ਦੇਹੋਂ ਤੇਰੇ ਪੰਥ ਕੋ ਤਨ ਸੰਕਟ ਜੋਈ। ਕਹਿੰਦੇ ਆਪ ਜੀ ਦੇ ਪੰਥ ਦੇ ਸਰੀਰ ਉੱਤੇ ਸੰਕਟ ਵੀ ਬੜਾ ਆਵੇਗਾ, ਬੜੇ ਭਾਰੀ ਕਸ਼ਟ ਵੀ ਉਹਨਾਂ ਨੂੰ ਸਹਾਰਨੇ ਪੈਣਗੇ ਕੁਝ ਸਮੇਂ ਲਈ। ਕਹਿ ਕਰ ਅੰਤਰ ਧਿਆਨ ਪੀ ਸੋ ਪੁਰਖ ਸੁਜਾਨਾ। ਕਹਿੰਦੇ ਇਸ ਪ੍ਰਕਾਰ ਨਾਲ ਇਹ ਬਚਨ ਬਿਲਾਸ ਹੋਏ, ਉਹ ਦੇਵੀ ਉੱਥੋਂ ਅੰਤਰ ਧਿਆਨ ਹੋ ਗਈ। ਆਇਓ ਤਪਸੀ ਪਿਤਾ ਟਿਗ ਬੰਧਨ ਕੋ ਠਾਨਾ। ਜੋ ਤਪਸਵੀ ਸਨ, ਯਾਨੀ ਕਿ ਸਮੁੰਦ ਰਿਸ਼ੀ ਜੀ, ਦੁਸ਼ਟ ਦਮਨ ਜੀ, ਉਹਨਾਂ ਦੇ ਕੋਲ ਆ ਕੇ ਉਹਨਾਂ ਨੇ ਨਮਸਕਾਰ ਕੀਤੇ। ਬੋਲਿਓ ਮੁਨੀਵਰ ਪੁੱਤਰ ਸੁਨ ਜਨਮੋਂ ਕਲ ਮਾਈ। ਸਮੁੰਦ ਰਿਸ਼ੀ ਜੀ ਬੋਲੇ, ਹੈ ਪੁੱਤਰ ਵਰ, ਤੁਸੀਂ ਕਲੀ ਕਾਲ ਦੇ ਵਿੱਚ ਆਉਣ ਵਾਲੇ ਸਮੇਂ 'ਚ ਅਵਤਾਰ ਧਾਰਨਾ ਹੈ। ਪਿਖੋ ਨਰਨ ਵਿਆਹ ਅਲਪ ਤੁਵ ਅਬ ਰਹਿਓ ਪਿਤਾਈ। ਕਹਿੰਦੇ ਉਸ ਵਕਤ ਜਦੋਂ ਆਪ ਜੀ ਨੇ ਜੰਗ ਦੇ ਮੈਦਾਨ 'ਚ ਲੜਨਾ, ਜੂਝਣਾ, ਜੰਗ ਯੁੱਧ ਲੜਨੇ ਨੇ, ਤੁਹਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੁਹਾਡੇ ਜੰਗਾਂ ਯੁੱਧਾਂ ਨੂੰ ਨਹੀਂ ਵੇਖਣਾ। ਜਿਨ੍ਹਾਂ ਪਿਤਾ ਦੇ ਘਰ ਤੁਸੀਂ ਜਨਮ ਲੈ ਕੇ ਜਾਣਾ ਹੈ, ਉਹਨਾਂ ਨੇ ਤੁਹਾਡੇ ਜੰਗਾਂ ਯੁੱਧਾਂ ਨੂੰ ਨਹੀਂ ਵੇਖਣਾ। ਆਦ ਸ਼ਕਤ ਤੇ ਜੋ ਲਿਓ ਰੱਖਿਆ ਕਰ ਮੇਰੀ। ਆਦ ਸ਼ਕਤੀ ਵਾਹਿਗੁਰੂ ਪਰਮੇਸ਼ਰ ਦੇ ਕੋਲੋਂ ਤੁਹਾਨੂੰ ਰੱਖਿਆ ਪ੍ਰਾਪਤ ਹੋਣੀ ਹੈ। ਗਇਓ ਪਿਤਾ ਕੋ ਨਮੋ ਕਰ ਤਪ ਤਹਾਂ ਅਰੰਭਾ। ਔਰ ਬਚਨ ਕੀਤਾ ਜਾਓ
ਦੁਸ਼ਟ ਦਮਨ ਜੀ ਗੋਦਾਵਰੀ ਦੇ ਕੰਢੇ ਜਾ ਕੇ ਤਪ ਦੀ ਸਾਧਨਾ ਕਰੋ। ਕਲਗੀਧਰ ਪਾਤਸ਼ਾਹ ਦੱਸ ਰਹੇ ਨੇ ਵੀ ਅਸੀਂ ਗੋਦਾਵਰੀ ਦੇ ਕੰਢੇ ਜਾ ਕੇ ਤਪ ਸਾਧਨਾ ਕੀਤੀ, ਤਖਤ ਸੱਚਖੰਡ ਹਜ਼ੂਰ ਸਾਹਿਬ ਦੀ ਧਰਤੀ ਤੇ। ਅੱਗੇ ਉਹ ਕਥਾ ਆ ਜਾਣੀ ਹੈ। ਉਥੋਂ ਹੇਮਕੁੰਡ ਸਾਹਿਬ ਪਰਬਤ ਤੇ ਬਹੁਤ ਲੰਮਾ ਸਮਾਂ ਮਹਾਰਾਜ ਜੀ ਨੇ ਤਪ ਕੀਤਾ। ਐਸੀ ਲਗੀ ਸਮਾਦ ਤਬ ਸੁਰ ਪਿਖ ਤੇ ਅਚੰਬਾ। ਇਹੋ ਜਿਹੀ ਸਮਾਧੀ ਲੱਗੀ ਕਿ ਦੇਵਤੇ ਵੀ ਹੈਰਾਨ ਹੋ ਗਏ। ਰਹੀ ਸੋ ਲਗੀ ਸਮਾਧਈ ਮਾਇਆ ਪੀ ਐਸੇ। ਕਹਿੰਦੇ ਸਮਾਧ ਐਸੀ ਲੱਗੀ, ਉਸ ਸਮਾਧੀ ਵਿੱਚ ਸੈਂਕੜੇ ਸਾਲ ਬਤੀਤ ਹੋ ਗਏ ਦੁਸ਼ਟ ਦਮਨ ਜੀ ਦੇ। ਅੰਤਰ ਤੇ ਨਿਕਸੀ ਕਲਾ ਹੋਏ ਸੁਪਨਾ ਜੈਸੇ। ਕਹਿੰਦੇ ਜਿਹੜੀ ਸ਼ਕਤੀ ਤੁਸੀਂ ਕਹਿੰਦੇ ਹੋ ਨਾ, ਸਿੱਖੋ ਵੀ ਖੰਡੇ ਦੀ ਪੌਲ ਵਿੱਚ ਉਹ ਸ਼ਕਤੀ ਕਿਹੜੀ ਹੈ? ਕਹਿੰਦੇ ਤਪ ਸਾਧਦਿਆਂ ਜਿਹੜੀ ਕਲਾ ਉਸ ਵੇਲੇ ਸਾਡੇ ਅੰਦਰ ਉਤਪੰਨ ਹੋਈ, ਪ੍ਰਮਾਤਮਾ ਦੀ ਕਲਾ, ਉਹੀ ਕਲਾ ਇਸ ਖੰਡੇ ਦੀ ਪੌਲ ਦੇ ਵਿੱਚ ਵਰਤ ਰਹੀ ਹੈ। ਹਾਂਜੀ, ਗੁਜਰੀ ਭਾਗਣ ਮਾਤ ਪੀ ਜਨਮੀ ਸੋ ਕਲਾ ਹੈ। ਕਹਿੰਦੇ ਉਹ ਕਲਾ ਨੇ ਜਿਹੜੀ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਉਤਪੰਨ ਹੋਈ, ਉਸੇ ਕਲਾ ਨੇ ਮਾਤਾ ਗੁਜਰੀ ਜੀ ਦੇ ਉਦਰ ਤੋਂ ਅਵਤਾਰ ਧਾਰਨ ਕੀਤਾ ਤੁਹਾਡੇ ਸਨਮੁਖ। ਹਾਂ, ਤੇਗ ਬਹਾਦਰ ਪਿਤਾ ਸੋ ਤਪ ਅਧਿਕ ਭਲਾ। ਔਰ ਮਹਾਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਡੇ ਪਿਤਾ ਹਨ, ਉਹਨਾਂ ਦੇ ਗ੍ਰਹਿ ਵਿਖੇ ਅਸੀਂ ਆਏ ਹਾਂ। ਪੂਰਮ ਲਗੀ ਸਮਾਧ ਜਿਸ ਹੋਇਓ ਪਿਤ ਸੋਈ। ਜੋ ਮਹਾਨ ਸਮਾਧੀ ਸਥਿਤ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਸਾਡੇ ਪਿਤਾ ਹੋਏ। ਮੈਂ ਬਾਲਕ ਹਮ ਕੋ ਤਜਿਓ ਪਰ ਲੋਕ ਸੋਈ। ਬਾਲ ਰੂਪ ਦੇ ਵਿੱਚ ਉਹ ਸਾਨੂੰ ਛੱਡ ਕੇ ਸੱਚਖੰਡ ਗਏ ਹਨ। ਦੁਸ਼ਟ ਦਮਨ ਮੈਂ ਸੋ ਪੁਰਖ ਗੋਬਿੰਦ ਸਿੰਘ ਹੋਵਾ। ਐ ਸਿੱਖੋ ਦੁਸ਼ਟ ਦਮਨ ਹੀ ਮੈਂ ਗੋਬਿੰਦ ਸਿੰਘ ਬਣ ਕੇ ਤੁਹਾਡੇ ਸਾਹਮਣੇ ਪ੍ਰਗਟ ਹੋਇਆ ਹਾਂ। ਉਹ ਦੁਸ਼ਟ ਦਮਨ ਮੇਰਾ ਪਹਿਲਾ ਜਨਮ ਸੀ। ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮੇਰਾ ਦੂਸਰਾ ਸਵਰੂਪ ਆਪ ਜੀ ਦਰਸ਼ਨ ਕਰ ਰਹੇ ਹੋ। ਤਪਸੀ ਕੇ ਗਣ ਖਾਲਸਾ ਸੰਗਤ ਪਈ ਜੋ। ਉਹ ਜਿਤਨੇ ਤਪਸਵੀ ਨਾਲ ਤਪ ਕਰਨ ਵਾਲੇ ਸਨ, ਉਹ ਤੁਸੀਂ ਉਹ ਸਾਰੇ ਸਿੰਘ ਜਿਹੜੇ ਗੁਰਮੁਖ ਪਿਆਰੇ ਭਾਈ ਦਇਆ ਸਿੰਘ ਵਰਗੇ ਆਏ ਨੇ, ਇਹ ਸਾਰੇ ਉਹੀ ਤਪਸਵੀ ਹਨ, ਖਾਲਸੇ ਬਣੇ ਹਨ। ਆਦਿ ਸ਼ਕਤ ਕੇ ਬਰ ਕੀ ਸ਼ਕਤ ਅਬ ਵੱਡ ਵਿਦਤਾ। ਵਾਹਿਗੁਰੂ ਪਰਮੇਸ਼ਰ ਦੀ ਇਹ ਸ਼ਕਤੀ ਅਸੀਂ ਖਾਲਸੇ ਦੇ ਵਿੱਚ ਪ੍ਰਗਟ ਕੀਤੀ ਹੈ। ਸਤਿਗੁਰ ਕੇ ਤਪ ਕੀ ਸ਼ਕਤ ਹੋਏ ਕਰ ਇੱਕ ਥਾਈ। ਪਰਮੇਸ਼ਰ ਦੀ ਸ਼ਕਤੀ ਔਰ ਗੁਰੂ ਦੀ ਸ਼ਕਤੀ ਦੋਵੇਂ ਇੱਕ ਥਾਂ ਤੇ ਇਕੱਠੀ ਕਰਕੇ ਇਸ ਖੰਡੇ ਦੀ ਪੌਲ ਦੇ ਵਿੱਚ ਉਹ ਸ਼ਕਤੀ ਨੂੰ ਵਰਤਾਇਆ ਹੈ। ਦੋਹਰਾ ਦ્વੈ ਸ਼ਕਤੀ ਇੱਕ ਹੀ ਲਖੋ ਸਿਰ ਜਿਉ ਪੰਥ ਵਿਸਾਲ। ਇਸ ਕਰਕੇ ਪ੍ਰਮਾਤਮਾ ਦੀ ਆਦ ਸ਼ਕਤੀ ਔਰ ਗੁਰੂ ਦੀ ਸ਼ਕਤੀਆਂ ਜਿਹੜੀਆਂ ਭਾਵੇਂ ਕਹਿਣ ਮਾਤਰ ਚ ਦੋ ਨੇ, ਦੋਹਾਂ ਨੂੰ ਇੱਕ ਹੀ ਸਮਝੋ। ਕਿਉਂਕਿ ਹੇਮਕੁੰਡ ਪਰਬਤ ਤੇ ਬੈਠਿਆਂ ਦ્વੈ ਤੇ ਏਕ ਰੂਪ ਹਵੈ ਗਇਓ। ਦ્વੈ ਤੇ ਇਹ ਬਿਦ ਕਰਤ ਤਪੱਸਿਆ ਭਇਓ, ਦ્વੈ ਤੇ ਏਕ ਰੂਪ ਹਵੈ ਗਇਓ। ਇਸ ਕਰਕੇ ਇੱਕੋ ਸ਼ਕਤੀ ਜਾਣੋ। ਇਮ ਪਾਉਲ ਕੇ ਭੇਦ ਕੋ ਪਾਖਿਓ ਸਿੱਖਨ ਨਾਲ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਹੁਲ ਦਾ ਭੇਦ ਆਪਣੇ ਸਿੱਖਾਂ ਨੂੰ ਸਰਵਣ ਕਰਾਇਆ ਹੈ। ਗਰੀਬ ਨਵਾਜ ਪਾਤਸ਼ਾਹ ਜੀ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਥਾਏ ਪਵੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ